ਗੀਤਕਾਰਾਂ ਦੀ ਲਾਈਏ ਤਾਂ ਗੀਤਕਾਰ ਅੱਜ ਕੱਲ੍ਹ ਪਿਛਲੇ ਸਮੇਂ ਤੋਂ ਕੋਈ ਨਾ ਕੋਈ ਗੀਤਕਾਰ ਆਪਣੇ ਵਿਵਾਦਾਂ ਵਿੱਚ ਰਿਹਾ। ਜਿੱਦਾਂ ਕਿ ਸਿੱਧੂ ਮੂਸੇਵਾਲਾ, ਹੁਣ ਹਾਲ ਦੀ ਘੜੀ ਵਿੱਚ ਰਣਜੀਤ ਬਾਵੇ ਵੱਲੋਂ ਕੀ ਗਾਣਾ ਪੇਸ਼ ਕੀਤਾ ਗਿਆ ਮੇਰਾ ਕੀ ਕਸੂਰ ਦੇ ਬੋਲ ਕੁਝ ਇਸ ਤਰ੍ਹਾਂ ਸਨ ਕਿ ਵੀ ਹਿੰਦੂ ਸੰਗਠਨ ਵੱਲੋਂ ਉਹਨਾਂ 'ਤੇ ਕਾਰਵਾਈ ਕਰਨ ਦੇ ਦੋਸ਼ ਲਾਏ ਗਏ ਨੇ। ਉਹਨਾਂ ਵੱਲੋਂ ਜਿਹੜਾ ਗੀਤ ਬੋਲਿਆ ਗਿਆ ਅਤੇ ਉਹ ਹਿੰਦੂ ਭਾਵਨਾ ਨੂੰ ਠੇਸ ਪਹੁੰਚਾਇਆ ਉਹਨਾਂ ਦੇ ਕਹਿਣ ਮੁਤਾਬਕ। ਅਤੇ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਡਿਸਟ੍ਰਿਕਟ ਦੇ ਬਟਾਲਾ ਸ਼ਹਿਰ ਵਿੱਚ, ਜਿੱਥੇ ਸਾਡੇ BJP ਨੇਤਾ ਵਿਨੇ ਮਹਾਜਨ ਜੀ ਨੇ ਉਹਨਾਂ ਨੇ ਬਟਾਲਾ ਦੀ SSP ਨੂੰ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦਾ ਐਪਲੀਕੇਸ਼ਨ ਦਿੱਤੀ ਹੈ, ਅਰਜ਼ੀ ਦਿੱਤੀ ਹੈ। ਅਤੇ ਆਓ ਗੱਲ ਕਰਦੇ ਹਾਂ ਵਿਨੇ ਮਹਾਜਨ ਜੀ ਨਾਲ ਵੀ ਉਹ ਕਿਸ ਬਿਹਾਫ 'ਤੇ ਕਹਿੰਦੇ ਨੇ ਵੀ ਇਹ ਗਾਣਾ ਠੀਕ ਨਹੀਂ ਹੈ, ਹਿੰਦੂ ਭਾਵਨਾ ਨੂੰ ਠੇਸ ਪਹੁੰਚਾ ਰਿਹਾ ਹੈ। ਵਿਨੇ ਜੀ, ਰਣਜੀਤ ਬਾਵੇ ਨੇ ਜਿਹੜਾ ਗੀਤ ਗਾਇਆ ਸੀ ਉਸ ਦੇ ਵਿੱਚ ਕਿਹੜੀਆਂ ਲਾਈਨਾਂ ਗਲਤ ਲੱਗੀਆਂ ਸੀ ਤੁਹਾਨੂੰ, ਜਿਹਦੇ ਕਰਕੇ ਕੰਪਲੇਨ ਤੁਹਾਨੂੰ ਦਰਜ ਕਰਵਾਉਣੀ ਪਈ? ਦੇਖੋ, ਜਿਹੜਾ ਉਹ ਗੀਤ ਉਹ ਸਿੰਗਰ ਰਣਜੀਤ ਬਾਵਾ ਨੇ ਬੋਲਿਆ ਵਾ, ਉਹਦੇ ਅੰਦਰ ਉਹ ਸਮਾਜ ਦੇ ਅੰਦਰ ਕੀ ਮੈਸੇਜ ਪਹੁੰਚਾਉਣਾ ਚਾਹੁੰਦਾ ਹੈ ਜੋ ਉਹਨੂੰ ਪਤਾ ਹੋਊਗਾ। ਪਰ ਉਹਦੇ ਅੰਦਰ ਉਹਦੀ ਸਟਾਰਟਿੰਗ ਤੋਂ ਸ਼ੁਰੂ ਤੋਂ ਲੈ ਕੇ ਲਾਸਟ ਵਾਲੇ ਪੈਰਿਆਂ ਤੱਕ ਵੀ ਉਹਦੇ ਜਿਹੜੇ ਬੋਲ ਆ ਉਹਦੇ ਵਿੱਚ ਲਗਭਗ ਧਰਮ ਨੂੰ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਨੇ। ਚਾਹੇ ਉਹ ਹਿੰਦੂ ਸਮਾਜ ਆ, ਚਾਹੇ ਉਹ ਸਿੱਖ ਸਮਾਜ ਆ। ਇੱਥੇ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ, ਪੰਜਾਬੀ ਹਾਂ। ਅਸੀਂ ਇਸ ਗੱਲ ਨੂੰ ਬਿਲਕੁਲ ਭਲੀ ਭਾਂਤੀ ਸਮਝਦੇ ਹਾਂ ਕਿ ਪੰਜਾਬ ਦੇ ਅੰਦਰ ਜਿਹੜੇ ਪੰਜਾਬੀ ਲੋਕ ਨੇ ਇਹ ਸਭ ਜਗ੍ਹਾ 'ਤੇ ਕਿਤੇ ਵੀ ਅਗਰ ਕੋਈ ਮੁਸੀਬਤ ਆਉਂਦੀ ਹੈ ਤਾਂ ਪੰਜਾਬੀ ਸਭ ਤੋਂ ਅੱਗੇ ਹੁੰਦੇ ਆ। ਸੇਵਾ ਭਾਵਨਾ ਦੀ ਗੱਲ ਨਹੀਂ, ਸਭ ਤੋਂ ਅੱਗੇ ਹੁੰਦੇ ਆ। ਅੱਜ ਇਸ ਮਹਾਂਮਾਰੀ ਦੇ ਅੰਦਰ ਵੀ ਪੰਜਾਬ ਦੇ ਅੰਦਰ ਵੱਖ-ਵੱਖ ਮੰਦਿਰ ਗੁਰਦੁਆਰਿਆਂ ਦੇ ਅੰਦਰ ਗਰੀਬਾਂ ਵਾਸਤੇ ਰਾਸ਼ਨ ਤਿਆਰ ਹੋ ਰਿਹਾ। ਔਰ ਇਹੋ ਹੀ ਲੋਕ ਨੇ ਜਿਹੜੇ ਹਿੰਦੂ ਸਿੱਖ ਸਾਰੇ ਰਲ ਕੇ ਆ ਇਸ ਲੜਾਈ ਨਾਲ ਲੜ ਰਹੇ ਆ। ਪਰ ਜਿੱਥੇ ਗੀਤ ਦੀ ਗੱਲ ਹੈ ਉਹਦੇ ਅੰਦਰ ਸੋਚ ਸਮਝ ਕੇ ਇਸ ਗੀਤ ਨੂੰ ਬੋਲਿਆ ਗਿਆ, ਜਿਹਦੇ ਅੰਦਰ ਭਗਵਾਨ ਸ਼ਿਵ ਜੋ ਕਿ ਹਿੰਦੂਆਂ ਦੇ ਬਹੁਤ ਹੀ ਅਰਾਧਿਆ ਨੇ, ਉਹਨਾਂ ਦੇ ਬਾਰੇ, ਸ਼ਿਵਲਿੰਗ ਬਾਰੇ, ਦੁੱਧ ਚੜ੍ਹਾਉਣ ਬਾਰੇ ਗੱਲ ਕੀਤੀ ਗਈ, ਜਨੇਊ ਬਾਰੇ ਗੱਲ ਕੀਤੀ ਗਈ। ਔਰ ਉਹਦੇ ਨਾਲ ਉੱਥੇ ਕਿਹਾ ਗਿਆ ਕਿ ਜਿਹੜਾ ਸਿੱਖ ਧਰਮ ਦੇ ਵੀ ਜਿਹੜੇ 5 ਪਵਿੱਤਰ ਕਕਾਰ ਹੁੰਦੇ ਉਹਨਾਂ ਦੇ ਅੰਦਰ ਇੱਕ ਗਾਤਰੇ ਦੀ ਵੀ ਗੱਲ ਕੀਤੀ ਗਈ, ਗੁਰਦੁਆਰਾ ਸਾਹਿਬ ਦੀ ਵੀ ਗੱਲ ਕੀਤੀ ਗਈ। ਇੱਥੇ ਗੱਲ ਕੋਈ ਜਿਹੜੀ ਅਸੀਂ ਸ਼ਿਕਾਇਤ ਕੀਤੀ ਹੈ ਉਹ ਕੋਈ ਇੱਕ ਜਾਤ, ਇੱਕ ਨਾਮ, ਇੱਕ ਧਰਮ ਵੇਖ ਕੇ ਨਹੀਂ ਕੀਤੀ। ਅਗਰ ਇੱਥੇ ਕੋਈ ਹਿੰਦੂ ਸਮਾਜ ਦਾ ਵੀ ਬੰਦਾ ਹੁੰਦਾ ਜਾਂ ਇਨਸਾਨ ਹੁੰਦਾ ਇਹੋ ਜਿਹਾ ਜਿਹੜਾ ਕੋਈ ਗਲਤ ਕਿਸੇ ਧਰਮ ਨੂੰ ਠੇਸ ਪਹੁੰਚਾਉਂਦਾ ਤਾਂ ਅਸੀਂ ਉਹਦੇ ਖਿਲਾਫ ਵੀ ਕੰਪਲੇਂਟ ਕਰਨੀ ਸੀ। ਕਿਉਂਕਿ ਅੱਜ ਲੋੜ ਹੈ ਸਾਰਿਆਂ ਨੂੰ ਰਲ ਕੇ ਇਹੋ ਜਿਹੇ ਸਿੰਗਰਾਂ ਦਾ ਵਿਰੋਧ ਕਰਨਾ ਚਾਹੀਦਾ ਜਿਹੜੇ ਲੋਕ ਸੋਚ ਸਮਝ ਕੇ ਸਿਰਫ ਆਪਣੀ ਸ਼ੋਹਰਤ ਪਾਉਣ ਵਾਸਤੇ ਸਮਾਜ ਨੂੰ ਵੰਡਣ ਵਾਲੇ ਜਿਹੜੇ ਆ ਬੋਲ ਬੋਲਦੇ ਆ। ਔਰ ਜਦੋਂ ਇਹ ਬੋਲਦੇ ਆ ਤੇ ਕਿਆ ਉਹਨਾਂ ਦੇ ਨਾਲ ਸਮਾਜ ਦੇ ਅੰਦਰ ਇੱਕ ਵਟਾਂਦਰੇ ਦਾ ਦੋਵਾਂ ਹਿੱਸਿਆਂ 'ਚ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਹੜੇ ਲੋਕ ਮੈਂ ਸਮਰਥਨ ਕਰਦਾ ਹਾਂ ਰਣਜੀਤ ਬਾਵੇ ਦਾ, ਮੈਂ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਆਪਣੇ ਭਰਾਵਾਂ ਨੂੰ ਕਿ ਪੰਜਾਬ ਦੇ ਅੰਦਰ ਕੋਈ ਇਹੋ ਜਿਹਾ ਹਾਲਾਤ ਨਹੀਂ ਹੈ। ਇੱਥੇ ਹਿੰਦੂ ਸਿੱਖ ਬਿਲਕੁਲ ਆਪਣੇ ਪਰਿਵਾਰਾਂ ਦੇ ਅੰਦਰ ਭੈਣ ਭਰਾਵਾਂ ਵਾਂਗਰ ਰਿਸ਼ਤੇਦਾਰਾਂ ਵਾਂਗਰ ਰਿਸ਼ਤੇਦਾਰੀਆਂ ਵੀ ਨੇ ਬਣ ਕੇ ਰਹਿ ਰਹੇ ਨੇ। ਅੱਜ ਲੋੜ ਹੈ ਕਿ ਕੋਈ ਵੀ ਇਨਸਾਨ ਉਹ ਕਿਸੇ ਵੀ ਧਰਮ ਨਾਲ ਜੁੜਿਆ ਹੁੰਦਾ, ਅਗਰ ਇਹ ਬੰਦਾ ਰਣਜੀਤ ਬਾਵਾ ਨਾ ਹੁੰਦਾ, ਪਰਮੀਸ਼ ਵਰਮਾ ਹੁੰਦਾ ਸੀ, ਤਾਂ ਵੀ ਇਹ ਜਿਹੜੀ ਇੱਕ ਸ਼ਿਕਾਇਤ ਜਿਹੜੀ ਆ ਉਹ ਕਰਨੀ ਸੀਗੀ। ਔਰ ਸ਼ਿਕਾਇਤ ਕਰਨ ਦਾ ਮਕਸਦ ਇਹ ਹੈ ਕਿ ਇਹਨੇ ਹਿੰਦੂ ਔਰ ਸਿੱਖ ਦੋਨਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਔਰ ਜਦੋਂ ਬਾਰ-ਬਾਰ ਇੱਕ ਗੱਲ ਨੂੰ, ਇਹ ਪੁਰਾਤਨ ਕਾਲ ਤੋਂ ਇਹ ਚੱਲਿਆ ਆ ਰਿਹਾ, ਸ਼ਿਵਲਿੰਗ ਦੇ ਉੱਪਰ ਦੁੱਧ ਚੜ੍ਹਾਉਣਾ, ਜਨੇਊ ਧਾਰਨ ਕਰਨਾ, ਗਾਤਰੇ ਪਾਉਣੇ। ਔਰ ਅਗਰ ਤੁਸੀਂ ਸਮਾਜ ਦੇ ਅੰਦਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਗਰੀਬਾਂ ਦੇ ਭਲੇ ਵਾਸਤੇ ਤਾਂ ਕੁਛ ਹੋਰ ਵੀ ਉਦਾਹਰਨ ਦੇ ਸਕਦੇ ਹੋ। ਜ਼ਰੂਰੀ ਨਹੀਂ ਕਿ ਉਹਨੂੰ ਧਰਮ ਦੀ ਆੜ ਲੈ ਕੇ, ਕੋਈ ਧਰਮ ਦਾ ਸਹਾਰਾ ਲੈ ਕੇ ਹੀ ਆਪਣੇ ਗੀਤ ਨੂੰ ਬਣਾਉਣਾ ਵਾ। ਅੱਜ ਤੇ ਸਮਾਜ ਦੇ ਅੰਦਰ ਜਿਹੜੇ ਗਾਇਕ ਨੇ ਸਮਝ ਤੋਂ ਬਾਹਰ ਵਾਲੀ ਗੱਲ ਹੈ ਕਿ ਕੋਈ ਹਥਿਆਰਾਂ ਨੂੰ ਪ੍ਰਮੋਟ ਕਰ ਰਿਹਾ ਗੋਲੀਆਂ ਚਲਾ ਕੇ, ਕੋਈ ਅਫੀਮ ਨੂੰ ਪ੍ਰਮੋਟ ਕਰ ਰਿਹਾ, ਕੋਈ ਪਿੰਡ ਨੂੰ ਗੈਂਗਲੈਂਡ ਬਣਾਉਣ ਦੀ ਗੱਲ ਕਰ ਰਿਹਾ, ਕੋਈ ਸ਼ਰਾਬ ਨੂੰ ਪ੍ਰਮੋਟ ਕਰ ਰਿਹਾ, ਕੋਈ ਚਿੱਟੇ ਨੂੰ ਪ੍ਰਮੋਟ ਕਰ ਰਿਹਾ, ਕੋਈ ਸੂਟੇ ਨੂੰ ਪ੍ਰਮੋਟ ਕਰ ਰਿਹਾ। ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਡਰ ਨਿਗਾ ਕਾਨੂੰਨ ਦਾ ਕਿ ਅਸੀਂ ਜੋ ਮਰਜ਼ੀ ਬੋਲ ਲਈਏ
ਤੇ ਆਪਾਂ ਮਾਫੀ ਮੰਗ ਲੈਂਦੇ ਹਾਂ ਤੇ ਗੱਲ ਖਤਮ ਹੋ ਜਾਂਦੀ ਹੈ। ਜਿੱਥੇ ਗੱਲ ਹੈ ਮਾਫੀ ਮੰਗਣ ਦੀ, ਮੈਂ ਰਣਜੀਤ ਬਾਵੇ ਨੂੰ ਮਾਫੀ ਮੰਗੀ, ਇਹਨਾਂ ਨੇ ਫੋਨ ਵੀ ਬੜੇ ਕਰਾਏ ਕਿ ਚਲੋ ਇਹ ਗੱਲ ਛੱਡ ਦਿਓ, ਪਰ ਆਪਾਂ ਇਹ ਗੱਲ ਆਪਾਂ ਕੋਈ ਧਰਮ ਦੇ ਠੇਕੇਦਾਰ ਨਹੀਂ ਆ, ਆਪਾਂ ਆਪਣੇ ਧਰਮ ਨਾਲ ਬੱਝੇ ਹੋਏ ਹਾਂ। ਸਾਡੇ ਵਾਸਤੇ ਜੇ ਮੈਂ ਮੰਦਿਰ ਜਾਣਾ ਜਾਂ ਅਸੀਂ ਮੰਦਿਰ ਜਾਂਦੇ ਹਾਂ, ਅਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ। ਜੇ ਅਸੀਂ ਆਪਣੇ ਪਵਿੱਤਰ ਗ੍ਰੰਥ ਰਾਮਾਇਣ ਔਰ ਗੀਤਾ ਨੇ ਅੱਗੇ ਸਿਰ ਝੁਕਾਉਂਦੇ ਹਾਂ, ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਵੀ ਸਿਰ ਝੁਕਾਉਂਦੇ ਹਾਂ। ਸਾਡੇ ਅੰਦਰ, ਸਾਡੇ ਦਿਲਾਂ ਦੇ ਅੰਦਰ ਕੋਈ ਐਸੀ ਨਫ਼ਰਤ ਨਹੀਂ ਹੈ ਜੋ ਨਫ਼ਰਤ ਦੇ ਗੀਤਾਂ ਨਾਲ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਆ। ਔਰ ਇਹਨੇ ਮਾਫੀ ਮੰਗਣ ਤੋਂ ਬਾਅਦ ਸਾਨੂੰ ਪਤਾ ਲੱਗਾ ਜੀ ਕਿ ਮਾਫੀ ਮੰਗੀ ਹੈ ਟਵਿੱਟਰ 'ਤੇ, ਜਾਂ ਇਹਨੇ ਮਾਫੀ ਮੰਗੀ ਹੈ। ਜੀ ਇੱਕ ਗੱਲ ਛੱਡੋ, ਇਹ ਤੁਸੀਂ ਇਸ ਤੋਂ ਪਹਿਲਾਂ ਵੀ ਇੱਕ ਭਾਜਪਾ ਦੇ ਤੁਸੀਂ ਮੋਹਦੇ ਬੰਦੇ ਹੋ, ਆਪਣੇ ਭਾਜਪਾ ਦੇ ਪਾਰਟੀ ਦੇ ਨੇਤਾ ਹੋ, ਤੁਸੀਂ ਤੁਹਾਡੇ ਵੱਲੋਂ ਪਹਿਲਾਂ ਵੀ ਕਦੀ ਪੰਜਾਬੀ ਸਿੰਗਰ ਦੀ, ਪੰਜਾਬੀ ਗਾਇਕੀ ਦੇ ਕੋਈ ਕੰਪਲੇਨ ਦਰਜ ਕੀਤੀ ਗਈ ਬਟਾਲੇ 'ਚ ਇਸ ਤਰ੍ਹਾਂ? ਦੇਖੋ ਗੱਲ ਇਸ ਤਰ੍ਹਾਂ ਵਾ ਕਿ ਜਰੀਆ ਹਰ ਵਾਰੀ ਕੋਈ ਨਵਾਂ ਬੰਦਾ ਵਾ, ਪਹਿਲਾਂ ਮੈਂ ਨਹੀਂ ਕੀਤੀ ਹੋਏਗੀ, ਮੇਰੇ ਕਿਸੇ ਸਾਥੀ ਨੇ ਕੀਤੀ ਹੋਏਗੀ। ਅਸੀਂ ਪਹਿਲਾਂ ਵੀ ਇਸ ਗੱਲ ਦਾ ਵਿਰੋਧ ਕਰਦੇ ਰਹੇ ਹਾਂ ਕਿ ਜਿਹੜੇ ਇਹ ਗਾਇਕੀ ਹੈ, ਚਾਹੇ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਕਰਦੇ ਰਹੇ ਹਾਂ, ਚਾਹੇ ਮਤਲਬ ਕੰਪਲੇਂਟ ਦੇ ਮਾਧਿਅਮ ਤੋਂ ਕਰਦੇ ਰਹੇ ਹਾਂ। ਅੱਜ ਪੂਰੇ ਪੰਜਾਬ 'ਚ ਮੇਰੇ ਕਈ ਸਾਥੀ ਨੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਅਲੱਗ-ਅਲੱਗ ਸ਼ਹਿਰਾਂ 'ਚੋਂ ਰਣਜੀਤ ਬਾਵੇ 'ਤੇ ਕੰਪਲੇਂਟ ਕਰ ਰਿਹਾ। ਔਰ ਜਿਹੜੀ ਤੁਸੀਂ ਇਹ ਗੱਲ ਕੀਤੀ ਆ ਹੋਰ ਕਿਸੇ ਸਿੰਗਰ ਦੇ ਉੱਪਰ ਕੰਪਲੇਂਟ ਕਰਨੀ, ਤੇ ਬਿਲਕੁਲ ਭਾਰਤੀ ਜਨਤਾ ਯੁਵਾ ਮੋਰਚਾ ਦੇ ਅੰਦਰ ਮੇਰੇ ਸਾਥੀ ਨੇ ਜਲੰਧਰ ਤੋਂ ਅਸ਼ੋਕ ਸਰੀਨ ਜੀ, ਉਹਨਾਂ ਨੇ ਅਲੱਗ-ਅਲੱਗ ਸਮੇਂ 'ਤੇ, ਸਾਡੇ ਮੀਡੀਆ ਇੰਚਾਰਜ ਨੇ, ਉਹਨਾਂ ਨੇ ਅਲੱਗ-ਅਲੱਗ ਸਮੇਂ 'ਤੇ ਇਹੋ ਜਿਹੇ ਜਿਹੜੇ ਗੀਤਕਾਰ ਨੇ, ਇਹਨਾਂ ਗੀਤਕਾਰਾਂ ਦੇ ਉੱਪਰ ਸਵਾਲ ਵੀ ਚੁੱਕੇ ਆ ਔਰ ਇਹਨਾਂ ਦੀ ਸ਼ਿਕਾਇਤ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਨੂੰ ਔਰ ਸਰਕਾਰਾਂ ਨੂੰ ਵੀ ਕੀਤੀ ਆ। ਔਰ ਮੇਰੀ ਇੱਥੇ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਕਿ ਜਦ ਤੱਕ ਇਹੋ ਜਿਹੇ ਸਿੰਗਰਾਂ ਨੂੰ ਕੋਈ ਪਨਿਸ਼ਮੈਂਟ ਨਹੀਂ ਮਿਲਦੀ, ਤਦ ਤੱਕ ਆਉਣ ਵਾਲੇ ਦੂਸਰੇ ਸਿੰਗਰਾਂ ਨੂੰ ਇਸ ਗੱਲ ਦੀ ਸਮਝ ਨਹੀਂ ਲੱਗੇਗੀ ਔਰ ਉਹ ਸਮਾਜ ਦੇ ਅੰਦਰ ਨਫ਼ਰਤ ਪੈਦਾ ਕਰਨ ਵਾਲੇ ਗੀਤ ਆ ਜਿਹੜੇ ਬੋਲਦੇ ਰਹਿਣਗੇ। ਅੱਜ ਲੋੜ ਹੈ ਸਾਰਿਆਂ ਨੂੰ ਰਲ ਕੇ, ਇਹਦੇ ਅੰਦਰ ਕੋਈ ਇਹ ਮੁੱਦਾ ਨਹੀਂਗਾ ਕਿ ਇਹ ਲੋਕ ਵਿਰੋਧ ਕਰ ਰਹੇ ਆ, ਉਹਦਾ ਸਮਰਥਨ ਕਰ ਰਹੇ ਆ। ਮੈਂ ਉਹਨਾਂ ਲੋਕਾਂ ਦਾ ਵੀ ਸਾਥ ਨਹੀਂ ਦਿੰਦਾ ਜਿਹੜੇ ਲੋਕ ਕੋਈ ਗਲਤ ਭਾਸ਼ਾ ਦਾ ਇਸਤੇਮਾਲ ਕਰਦੇ ਆ, ਜਾਂ ਪਿੱਛੇ ਸੁਣਨ 'ਚ ਆਇਆ ਕਿ ਕਿਸੇ ਹਿੰਦੂ ਨੇਤਾ ਨੇ ਇੰਨੀ ਗੱਲ ਕਹੀ ਕਿ ਜਿਹੜਾ ਮੂੰਹ ਕਾਲਾ ਕਰੇਗਾ ਉਹਨੂੰ 1 ਲੱਖ ਰੁਪਏ ਦਿੱਤਾ ਜਾਏਗਾ। ਜੇ ਕਿਸੇ ਕੋਲ ਪੈਸੇ ਆ ਤੇ ਉਹ ਗਰੀਬਾਂ ਦੇ ਅੰਦਰ, ਉਹਦਾ ਅੱਜ ਇਸ ਮਹਾਂਮਾਰੀ ਦੇ ਅੰਦਰ ਗਰੀਬਾਂ ਦੀ ਮਦਦ ਕਰੇ। ਆਪਾਂ ਇਸ ਗੱਲ ਤੋਂ ਵੀ ਸਹਿਮਤ ਨਹੀਂ ਹਾਂ। ਸਾਨੂੰ ਆਪਣੇ ਸੰਵਿਧਾਨ ਤੇ, ਆਪਣੇ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ। ਅਸੀਂ ਅੱਜ ਵੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਆ, ਕੱਲ੍ਹ ਵੀ ਐਸਐਸਪੀ ਸਾਹਿਬ ਨੂੰ ਮਿਲੇ ਸੀਗੇ। ਅਸੀਂ ਉਹਨਾਂ ਦੇ ਅੱਗੇ ਉਹੀ ਬੇਨਤੀ ਕੀਤੀ ਆ ਕਿ ਜੋ ਉਹ ਬੋਲੇ ਗਏ ਆ, ਉਹਨਾਂ ਬੋਲਾਂ ਦੇ ਆਧਾਰ 'ਤੇ ਜਿਹੜਾ ਸਾਡੇ ਧਰਮ ਦੇ ਅੰਦਰ, ਸਾਡੇ ਸਮਾਜ ਦੇ ਅੰਦਰ, ਸਾਡੇ ਲੋਕਾਂ ਦੇ ਅੰਦਰ ਰੋਸ਼ ਹੈ, ਉਹਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕਾਰਵਾਈ ਕੀਤੀ ਜਾਵੇ। ਜਿਹੜੀ ਜੀ ਗੱਲ ਇੱਥੇ ਇੱਕ ਇਹ ਵੀ ਹੈ ਕਿ ਪੰਜਾਬੀ ਸਾਡੀ ਇੱਕ ਮਾਂ ਬੋਲੀ ਹੈ ਜੀ, ਪੰਜਾਬੀ ਮਾਂ ਬੋਲੀ, ਉਸ ਦੇ ਚਲਦੇ ਨਾਲ ਪੰਜਾਬੀ ਸਿੰਗਰਾਂ ਵੱਲੋਂ ਕਈ ਸਿੰਗਰ ਇਹੋ ਜਿਹੇ ਨੇ ਆਪਣੇ ਪੰਜਾਬ ਦੇ ਵਿੱਚ ਜਿਨ੍ਹਾਂ ਵੱਲੋਂ ਗਾਣਿਆਂ ਦੇ ਵਿੱਚ ਹਥਿਆਰਾਂ ਨਾਲ ਜ਼ਿਆਦਾ ਰਿਲੇਟਡ ਗਾਣੇ ਬੋਲੇ ਜਾਂਦੇ ਆ। ਕੀ ਉਹਨਾਂ 'ਤੇ ਵੀ ਕੰਪਲੇਨ ਤੁਹਾਡੇ ਵੱਲੋਂ ਕਦੀ ਕੀਤੀ ਗਈ ਹੈ ਜਾਂ ਕਰਨ ਦੀ ਕੋਈ ਸੰਭਾਵਨਾ ਜਤਾਈ ਜਾ ਸਕਦੀ? ਮੈਂ ਤੁਹਾਨੂੰ ਦੱਸਿਆ ਜੀ ਕਿ ਬਿਲਕੁਲ ਮੈਂ ਇੱਕ ਚਿੱਠੀ ਜਿਹੜੀ ਆ ਸਾਡੇ ਦੇਸ਼ ਦੇ, ਹਿੰਦੁਸਤਾਨ ਦੇ ਕੇਂਦਰੀ ਮੰਤਰੀ ਨੇ ਸ਼੍ਰੀ ਪ੍ਰਕਾਸ਼ ਜਾਵੜੇਕਰ ਜੀ, ਉਹਨਾਂ ਨੂੰ ਮੈਂ ਇਹ ਮੇਲ ਕੀਤੀ ਹੈ ਜਿਹੜੀ ਇੱਕ ਤਾਂ ਰਣਜੀਤ ਬਾਵੇ ਦੇ ਨਾਲ ਸੰਬੰਧਿਤ ਹੈ ਔਰ ਨਾਲ ਹੀ ਉਹ ਮੇਲ ਜਿਹੜੀ ਹੈ ਉਹ ਸੰਬੰਧਿਤ ਹੈ ਕਿ ਜਿਹੜੇ ਸਿੰਗਰ ਹੈ ਜਿਹੜੇ ਰੋਜ਼ ਹੀ ਲਗਭਗ ਇਹੋ ਜਿਹੇ ਗੀਤ ਬੋਲ ਕੇ ਲੋਕਾਂ ਦੇ ਅੰਦਰ ਨਫ਼ਰਤ ਪੈਦਾ ਕਰਦੇ ਆ, ਜਾਂ ਇਹਨਾਂ ਦੇ ਗੀਤਾਂ ਦੇ ਨਾਲ ਲੜਾਈਆਂ ਝਗੜਿਆਂ ਵਾਲਾ ਮਾਹੌਲ ਬਣਦਾ ਔਰ ਬੱਚਿਆਂ ਦਾ ਧਿਆਨ ਹਥਿਆਰਾਂ ਵੱਲ ਜਾਂਦਾ, ਬੱਚਿਆਂ ਦਾ ਧਿਆਨ ਨਸ਼ਿਆਂ ਵੱਲ ਜਾਂਦਾ। ਜਿਹੜੇ ਆਪਣੇ ਪੰਜਾਬ ਦੇ ਔਰ ਬਾਹਰ ਬੈਠੇ ਜਿੰਨੇ ਜੋ ਸਾਥੀ ਨੇ, ਜੋ ਯੰਗ ਲੋਕ ਨੇ, ਇਹਨਾਂ ਦਾ ਧਿਆਨ ਜਿਹੜਾ ਵਾ ਸਕੂਲਾਂ ਕਾਲਜਾਂ ਪੜ੍ਹਨ ਵਾਲੇ ਮੁੰਡਿਆਂ ਦਾ ਧਿਆਨ ਜਿਹੜਾ ਵਾ ਨਸ਼ਿਆਂ ਵੱਲ, ਹਥਿਆਰਾਂ ਵੱਲ ਜਾਂਦਾ। ਔਰ ਬਿਲਕੁਲ ਅਸੀਂ ਇਹਦੀ ਕੰਪਲੇਨ ਜਿਹੜੀ ਆ, ਇਹ ਜਿਹੜੀ ਲੈਟਰ ਹੈ, ਇਹ ਮੈਂ ਲੈਟਰ ਤੁਹਾਨੂੰ ਦੱਸਣਾ ਕਿ ਇਹ ਮੇਲ ਜਿਹੜੀ ਆ ਅਸੀਂ ਕੀਤੀ ਆ। ਇਹ ਮੇਲ ਅਸੀਂ ਆਪਣੇ ਦੇਸ਼ ਦੇ ਕੇਂਦਰੀ ਮੰਤਰੀ ਨੇ ਪ੍ਰਕਾਸ਼ ਜਾਵੜੇਕਰ ਜੀ, ਜੋ ਸੂਚਨਾ ਪ੍ਰਸਾਰਣ ਮੰਤਰੀ ਨੇ, ਉਹਨਾਂ ਨੂੰ ਅਸੀਂ ਇਹ ਮੇਲ ਕੀਤੀ ਆ ਔਰ ਇਹਦੇ ਨਾਲ ਮੰਗ ਕੀਤੀ ਆ ਕਿ ਇਹੋ ਜਿਹੇ ਜਿਹੜੇ ਸਿੰਗਰ ਆ ਉਹਨਾਂ ਦੇ ਉੱਪਰ ਬੈਨ ਲੱਗਣਾ ਚਾਹੀਦਾ ਔਰ ਇੱਕ ਇਹੋ ਜਿਹਾ ਕਾਨੂੰਨ ਬਣਨਾ ਚਾਹੀਦਾ ਕਿ ਜਿਹਦੇ ਨਾਲ ਕੁਛ ਵੀ, ਜਿਸ ਤਰ੍ਹਾਂ ਫਿਲਮ ਦੇ ਅੰਦਰ ਸੈਂਸਰਿੰਗ ਹੁੰਦੀ ਆ, ਉਹਦੇ ਨਾਲ ਗਾਣੇ ਦੇ ਅੰਦਰ ਵੀ ਜਿਵੇਂ ਗਾਣਾ ਰਿਕਾਰਡ ਹੁੰਦਾ ਵਾ, ਤੇ ਉਹ ਗਾਣੇ ਤੋਂ ਪਹਿਲਾਂ ਉਹਨੂੰ ਕੁਛ ਇਹੋ ਜਿਹਾ ਡਿਪਾਰਟਮੈਂਟ ਚੈੱਕ ਕਰੇ ਕਿ ਜਿਹਦੇ ਅੰਦਰ ਸਮਾਜ ਦੇ ਅੰਦਰ ਸੇਧ ਦੇਣ ਵਾਲਾ ਗਾਣਾ ਹੋਵੇ, ਸਮਾਜ ਦੇ ਅੰਦਰ ਨਫ਼ਰਤ ਪੈਦਾ ਕਰਨ ਵਾਲੇ ਗਾਣੇ ਨਾ ਬਣੇ।
ਵੀਰੇ ਜੀ ਜਿਸ ਤਰ੍ਹਾਂ ਹੁਣ ਬਾਵੇ ਨੇ ਰਣਜੀਤ ਬਾਵੇ ਨੇ ਇੱਕ ਵੀਡੀਓ ਰਿਲੀਜ਼ ਕੀਤੀ ਸੀ ਇੱਕ ਮਾਫੀਨਾਮਾ ਮੰਗਿਆ ਹੈ, ਕੀ ਹਿੰਦੂ ਸੰਗਠਨ ਨੂੰ ਮਾਫ ਕਰਨਗੇ? ਦੇਖੋ, ਮੈਂ ਪਹਿਲਾਂ ਵੀ ਤੁਹਾਨੂੰ ਇੰਨੀ ਬੇਨਤੀ ਕੀਤੀ ਹੈ ਕੁੰਦਲ ਜੀ ਕਿ ਅਸੀਂ ਕੋਈ ਮਾਫੀ ਦੇਣੀ ਮਾਫੀ ਨਾ ਦੇਣੀ ਅਸੀਂ ਇਸ ਗੱਲ ਬਾਰੇ ਨਹੀਂ ਕਰ ਰਹੇ। ਸਭ ਤੋਂ ਪਹਿਲਾਂ ਤਾਂ ਸਾਡੀ ਜਿਹੜੀ ਕੰਪਲੇਂਟ ਆ, ਮੈਨੂੰ ਵੀ ਪਤਾ ਲੱਗਾ ਕਿ ਉਹਨਾਂ ਨੇ ਵੀਡੀਓ ਕੋਈ ਬਣਾਈ ਆ, ਪਰ ਮੈਂ ਵੀਡੀਓ ਦੇਖਿਆ ਕਿ ਉਹ ਮਤਲਬ ਗੋਲਮੋਲ ਦੀ ਗੱਲ ਕਰਕੇ ਕੋਈ ਇਹੋ ਜਿਹੀ ਗੱਲ ਕਰ ਰਹੇ। ਜੇ ਉਹਨਾਂ ਨੂੰ ਅਹਿਸਾਸ ਸੀਗਾ ਤੇ ਉਹਨਾਂ ਨੇ ਆਪਣਾ ਗਾਣਾ ਪਹਿਲਾਂ ਡਿਲੀਟ ਕਿਉਂ ਕੀਤਾ? ਆਪਣੇ ਟਵਿੱਟਰ ਹੈਂਡਲ ਤੇ ਉਹਨਾਂ ਨੇ ਮਤਲਬ ਅਪੋਲੋਜਾਈਜ਼ ਕੀਤਾ ਉਸ ਗੱਲ ਨੂੰ ਕਿ ਮੈਂ ਗਲਤੀ ਹੋਈ ਹੈ, ਗਲਤੀ ਦੀ ਮਾਫੀ ਮੰਗਣਾ। ਪਰ ਗਲਤੀ ਜੇ ਹੋਈ ਹੈ ਤੇ ਮਾਫੀ ਜਿਹੜਾ ਵਾ ਉਹ ਸਮਾਜ ਕੋ ਮੰਗਣੀ ਆ। ਮਾਫੀ ਹਿੰਦੂ ਸਮਾਜ ਕੋ ਇਕੱਲੇ ਨੂੰ ਨਹੀਂ, ਉਹ ਸਿੱਖ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ। ਅਗਰ ਉਹਨਾਂ ਨੇ ਮਾਫੀ ਮੰਗਣੀ ਸੀ ਤਾਂ ਮਾਫੀ ਮੰਗਦੇ ਔਰ ਉੱਥੇ ਕਹਿੰਦੇ ਕਿ ਮੈਂ ਜੋ ਹਿੰਦੂਆਂ ਔਰ ਸਿੱਖਾਂ ਦੀਆਂ ਭਾਵਨਾ ਨੂੰ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਆ, ਮੈਂ ਹਿੰਦੂ ਸਮਾਜ ਔਰ ਸਿੱਖ ਸਮਾਜ ਦੋਨਾਂ ਤੋਂ ਮਾਫੀ ਮੰਗਦਾ ਔਰ ਮੈਂ ਅੱਜ ਤੋਂ ਬਾਅਦ ਇਹੋ ਜਿਹੀ ਹਰਕਤ ਨਹੀਂ ਕਰਾਂਗਾ। ਪਰ ਸਾਡੀ ਜਿਹੜੀ ਮੰਗ ਹੈ ਉਹ ਮਾਫੀ ਦੀ ਨਹੀਂ ਹੈ। ਮਾਫ ਕਰਨਾ ਜਾਂ ਨਾ ਕਰਨਾ ਉਹ ਪ੍ਰਸ਼ਾਸਨ ਕੋਰਟ ਦੇਖੇਗੀ। ਸਾਡੀ ਮੰਗ ਇਹੋ ਹੀ ਹੈ ਕਿ ਕੁਛ ਪਨਿਸ਼ਮੈਂਟ ਐਸੀ ਜ਼ਰੂਰ ਸਿੰਗਰ ਨੂੰ ਹੋਣੀ ਚਾਹੀਦੀ ਹੈ ਕਿ ਜਿਸ ਤੋਂ ਆਉਣ ਵਾਲੇ ਦੂਸਰੇ ਸਿੰਗਰਾਂ ਨੂੰ ਇਸ ਗੱਲ ਦੀ ਸਮਝ ਹੋਵੇ ਕਿ ਅਸੀਂ ਜਿਹੜਾ ਉਹ ਬੋਲ ਕੋਈ ਲਿਖਣਾ ਵਾ, ਉਸ ਲੇਖਕ ਨੂੰ ਪਤਾ ਹੈ ਕਿ ਮੈਂ ਲਫ਼ਜ਼ ਜਿਹੜੇ ਲਿਖਣੇ ਆ ਉਹਦੇ ਨਾਲ ਮੇਰੇ ਸੁਣਨ ਵਾਲੇ ਲੋਕਾਂ ਦੇ ਅੰਦਰ ਔਰ ਸਮਾਜ ਦੇ ਅੰਦਰ ਕੀ ਮਾਹੌਲ ਪੈਦਾ ਹੋਏਗਾ ਔਰ ਬੋਲਣ ਵਾਲੇ ਨੂੰ ਵੀ ਪਤਾ ਹੈ ਕਿ ਅਗਰ ਮੈਂ ਗਲਤ ਬੋਲਾਂਗਾ ਤਾਂ ਮੇਰੇ 'ਤੇ ਕੋਈ ਕਾਰਵਾਈ ਹੋਣੀ ਹੈ। ਇਸ ਕਰਕੇ ਮੇਰੀ ਪ੍ਰਸ਼ਾਸਨ, ਸਰਕਾਰ ਔਰ ਸਾਰੇ ਹੀ ਜਿੰਨੇ ਲੋਕ ਇਸ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਦੇਖ ਰਹੇ ਉਹਨਾਂ ਦੀ ਬੇਨਤੀ ਹੈ, ਇੱਕ ਤੇ ਇਹਨਾਂ ਦੇ ਖਿਲਾਫ ਜਿਹੜਾ ਵਾ ਇਕਜੁੱਟ ਹੋ ਕੇ ਚੱਲਣਾ ਚਾਹੀਦਾ। ਇਹਨਾਂ ਸਿੰਗਰਾਂ ਦੇ ਖਿਲਾਫ ਜਿਹੜੇ ਸਿੰਗਰ ਵੀ ਸਮਾਜ ਦੇ ਅੰਦਰ ਨਫ਼ਰਤ ਪੈਦਾ ਕਰਦੇ ਆ ਜਾਂ ਗੁੰਡਾਗਰਦੀ ਵਾਲਾ ਮਾਹੌਲ ਪੈਦਾ ਹੁੰਦਾ ਜਿਨ੍ਹਾਂ ਕਰਕੇ, ਔਰ ਪ੍ਰਸ਼ਾਸਨ ਅੱਗੇ ਵੀ ਬੇਨਤੀ ਹੈ ਕਿ ਇਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਜਾਏ। ਕੁਝ ਲੋਕ ਆਪਣੇ ਹਿੰਦੂ ਸੰਗਠਨਾਂ ਦੇ ਜਾਂ ਹਿੰਦੂ ਸਿੱਖ ਭਾਵਨਾ ਵਾਲੇ ਲੋਕ ਵੀ ਕਹਿ ਰਹੇ ਨੇ ਕਿ ਬਾਵੇ ਨੇ ਇਸ ਗੀਤ ਦੇ ਵਿੱਚ ਕੋਈ ਅਜਿਹਾ ਜਿਹਾ ਨਹੀਂ ਬੋਲਿਆ ਜਿਸ ਕਰਕੇ ਹਿੰਦੂ ਸੰਗਠਨਾਂ ਵੱਲੋਂ ਇਹਨਾਂ ਦੇ ਕੰਪਲੇਨਾਂ ਕੀਤੀਆਂ ਜਾਣ। ਉਹਨਾਂ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਦੇਖੋ, ਮੇਰਾ ਉਹਨਾਂ ਨੂੰ ਇਹੋ ਸੰਦੇਸ਼ ਹੈ ਕਿ ਮੈਨੂੰ ਵੀ ਕੁਛ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਫੇਸਬੁੱਕ, ਵਟਸਐਪ 'ਤੇ ਪੜ੍ਹਨ ਨੂੰ ਮਿਲਿਆ ਜਿਸ ਕਈ ਲੋਕ ਜਿਹੜੇ ਸੀ ਕਿ ਬਾਵੇ ਨੇ ਤਾਂ ਸੱਚ ਬੋਲਿਆ, ਉਹ ਤਾਂ ਗੀਤ ਬਿਲਕੁਲ ਠੀਕ ਆ। ਦੇਖੋ, ਗੱਲ ਇਹ ਵਾ ਕਿ ਬਾਵੇ ਨੇ ਸੱਚ ਬੋਲਿਆ ਅਤੇ ਬਾਬਾ ਮਾਫੀ ਕਿਉਂ ਮੰਗ ਰਿਹਾ? ਜੋ ਨੇ ਸੱਚ ਬੋਲਿਆ, ਜੋ ਉਹਨੇ ਗਲਤ ਨਹੀਂ ਕੀਤਾ ਤੇ ਮਾਫੀ ਕਿਉਂ ਮੰਗ ਰਿਹਾ? ਦੂਸਰੀ ਗੱਲ ਇਹ ਵਾ ਕਿ ਮੈਂ ਪਹਿਲਾਂ ਵੀ ਕਿਹਾ ਵਾ ਕਿ ਬਾਰ-ਬਾਰ ਜ਼ਰੂਰੀ ਨਹੀਂਗਾ ਕਿ ਜੇ ਮੰਨ ਲਓ ਬਾਵੇ ਦੀ ਕੀ ਹਿੱਸੇਦਾਰੀ ਰਹੀ ਆ ਇਸ ਕਰੋਨਾ ਮਹਾਂਮਾਰੀ 'ਚ, ਉਹਨੇ ਕੀ ਕੀਤਾ ਮੈਨੂੰ ਪਤਾ ਵਾ। ਬਟਾਲੇ ਆਏ ਸੀਗੇ, ਉਦੋਂ ਮੈਂ ਅਸੀਂ ਵੀ ਪ੍ਰਸ਼ਾਸਨ ਕੋਲ ਗਏ ਸੀਗੇ ਰਾਸ਼ਨ ਆਪਣੇ ਸੰਸਥਾ ਵੱਲੋਂ ਉਹਨਾਂ ਨੂੰ ਦੇਣ, ਔਰ ਉੱਥੇ ਬਾਵਾ ਮੈਨੂੰ ਲੱਗਦਾ ਕਿ 100, 150, 200 ਪੈਕਟ ਲਿਆਏ ਹੋਣਗੇ ਔਰ ਵੰਡ ਕੇ ਚਲੇ ਗਏ ਹੋਣਗੇ। ਉਹ 'ਚ ਵੀ ਉਹਨਾਂ ਨੇ ਆਪਣਾ ਨਾਮ ਬਣਾਇਆ ਹੋਏਗਾ। ਸਾਰੇ ਲੋਕ ਲੱਗੇ ਹੋਏ ਆ, ਸਾਰੇ ਲੋਕ। ਅਗਰ ਤੁਸੀਂ ਗਰੀਬਾਂ ਬਾਰੇ ਗੱਲ ਕਰਦੇ ਹੋ ਤਾਂ ਮੈਂ ਪਹਿਲਾਂ ਵੀ ਕਿਹਾ ਕਿ ਸਾਰੇ ਲੋਕਾਂ ਨੂੰ ਚਿੰਤਾ ਵਾ, ਸਾਰੇ ਲੋਕ ਲੱਗੇ ਹੋਏ ਆ ਇਸ ਕੰਮ ਵਿੱਚ। ਬਾਵੇ ਉਹਨਾਂ ਲੋਕਾਂ ਨੂੰ ਮੈਂ ਇਹੋ ਹੀ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਅਸੀਂ ਸਾਰੇ ਭਰਾ ਵਾਂ, ਅਸੀਂ ਮਿਲ ਜੁਲ ਕੇ ਰਹੀਏ। ਅਗਰ ਕੋਈ ਸਿੰਗਰ, ਅਗਰ ਕੋਈ ਗਾਇਕ, ਕੋਈ ਐਕਟਰ, ਕੋਈ ਨਿਰਦੇਸ਼ਕ ਇਹੋ ਜਿਹੀ ਚੀਜ਼ ਸਮਾਜ 'ਚ ਪੇਸ਼ ਕਰਦਾ ਜਿਹਦੇ ਅੰਦਰ ਸਮਾਜ ਵੰਡਿਆ ਜਾਂਦਾ ਹੈ ਔਰ ਜਿਹਦੇ ਅੰਦਰ ਇਹ ਗਾਣਿਆਂ ਦੇ ਨਾਲ, ਫਿਲਮਾਂ ਦੇ ਨਾਲ ਨਫ਼ਰਤ ਪੈਦਾ ਹੁੰਦੀ ਆ, ਤੇ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ, ਸਮਰਥਨ ਨਹੀਂ ਕਰਨਾ ਚਾਹੀਦਾ। ਕਿਉਂਕਿ ਹਰ ਧਰਮ ਦੇ ਅੰਦਰ ਕੁਛ ਐਸੇ ਲੋਕ ਹੁੰਦੇ ਆ ਜਿਹੜੇ ਲੋਕ ਨਹੀਂ ਚਾਹੁੰਦੇ ਕਿ ਮਾਹੌਲ ਜਿਹੜਾ ਵਾ ਵਧੀਆ ਬਣਿਆ ਰਹੇ। ਪਰ ਅਸੀਂ ਇੱਥੇ ਸਾਰੇ ਭਰਾ ਰਲ ਮਿਲ ਕੇ ਰਹਿੰਦੇ ਹਾਂ। ਹਿੰਦੂ ਸਿੱਖ ਦੇ ਅੰਦਰ ਕਿਸੇ ਤਰ੍ਹਾਂ ਦਾ ਵੀ ਕੋਈ ਵਟਾਂਦਰਾ ਨਹੀਂ ਆ। ਸਾਡੇ ਵਿਚਾਰ ਆਪਸ 'ਚ ਸਾਰੇ ਰਲਦੇ ਆ। ਮੈਂ ਉਹਨਾਂ ਭਰਾਵਾਂ ਦੇ ਅੱਗੇ ਬੇਨਤੀ ਕਰਨਾ ਹਾਂ ਕਿ ਤੁਸੀਂ ਸਮਰਥਨ ਕਰਨ ਦੀ ਬਜਾਏ ਉਸ ਦਾ ਵਿਰੋਧ ਇਸ ਤਰ੍ਹਾਂ ਜਤਾਓ ਕਿ ਹਰ ਸਿੰਗਰ ਨੂੰ ਸਮਝ ਹੋਵੇ ਕਿ ਮੈਂ ਕੀ ਬੋਲਣਾ। ਗੈਂਗਸਟਰ ਤੋਂ ਇੱਕ ਸਮਾਜ ਸੇਵੀ ਬਣੇ ਨੇ ਲੱਖਾ ਸਿਧਾਣਾ, ਉਹਨਾਂ ਨੇ ਵੀ ਸੋਸ਼ਲ ਮੀਡੀਆ 'ਤੇ ਇਹ ਪੋਸਟ ਪਾਈ ਹੈ, ਆਪਣੇ ਵੱਲੋਂ ਰਿਕਾਰਡਿੰਗ ਕਰਕੇ ਪਾਈ ਗਈ ਹੈ ਕਿ ਉਹ ਲੱਖਾ ਉਹਦੇ ਨਾਲ ਰਣਜੀਤ ਬਾਵਾ ਦੇ ਇਸ ਗਾਣੇ ਦੇ ਨਾਲ ਸਹਿਮਤ ਹੈ ਅਤੇ ਉਹ ਉਸਦਾ ਪੂਰਾ ਸਾਥ ਦੇਗਾ। ਉਹਨਾਂ ਨੂੰ ਕੀ ਮੈਸੇਜ ਦੇਣਾ? ਦੇਖੋ, ਮੈਂ ਸਾਰਿਆਂ ਨੂੰ ਮੈਸੇਜ ਇਹੋ ਦੇਣਾ ਚਾਹੁੰਦਾ ਕਿ ਉਹ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ, ਸਮਾਜ ਸੇਵਾ ਦਾ ਕੰਮ ਕਰ ਰਹੇ। ਪਰ ਪਿੱਛੇ ਹੀ ਕਰਕੇ ਮੈਨੂੰ ਲੱਗਦਾ ਮੈਂ ਉਹਨਾਂ ਦੀ ਵੀਡੀਓ ਇੱਕ ਦੇਖੀ ਸੀਗੀ ਜਿਸ 'ਚੋਂ ਕਹਿ ਰਹੇ ਸੀਗੇ ਜਿਹੜੇ ਸਿੰਗਰ ਇਹੋ ਜਿਹੇ ਗਰੀਬ ਬੋਲਦੇ ਆ, ਜਿਹੜੇ ਉਹ ਹਥਿਆਰਾਂ ਨੂੰ ਪ੍ਰਮੋਟ ਕਰਦੇ ਆ, ਜਾਂ ਮੇਰੇ ਖਿਆਲ 'ਚ ਮੇਰੇ ਦਾ ਧਿਆਨ 'ਚ ਉਹਨਾਂ ਨੇ ਵੀ ਗੱਲ ਮੁੱਦਾ ਚੁੱਕਿਆ ਸੀਗਾ। ਇਹ ਉਹਨਾਂ ਦਾ ਆਪਣਾ ਪਰਸਨਲ ਵਿਚਾਰ ਆ ਕਿ ਉਹ ਉਹਨਾਂ ਸਹਿਮਤ ਨੇ, ਇਹ ਉਹਨਾਂ ਦੀ ਆਪਣੀ ਰਾਏ ਆ, ਉਹਨਾਂ ਦਾ ਸਾਥ ਦੇਣਾ ਉਹਨਾਂ ਦੀ ਮਰਜ਼ੀ ਆ।
ਅਸੀਂ ਤਾਂ ਇੱਕੋ ਗੱਲ ਕਹੀ ਹੈ ਕਿ ਕਿਸੇ ਵੀ ਚੀਜ਼ ਨੂੰ ਉਦਾਹਰਨ ਦੇਣ ਵਾਸਤੇ ਜ਼ਰੂਰੀ ਹੈ ਕਿ ਧਰਮ ਦੀ ਆੜ ਲਈਏ। ਕਿਆ ਇੱਥੇ ਪੱਥਰਾਂ ਦੇ ਦੁੱਧ ਪਾਉਣ ਵਾਲੀ ਗੱਲ ਜ਼ਰੂਰੀ ਕਰਨੀ ਇਸੇ ਤਰੀਕੇ ਨਾਲ ਸਮਝਾਈ ਜਾ ਸਕਦੀ ਸੀ? ਕਿਉਂਕਿ ਹਿੰਦੂ ਸਮਾਜ ਦੇ ਅੰਦਰ ਸ਼ਿਵਲਿੰਗ ਨੂੰ ਪੂਜਣ ਦਾ ਕੀ ਮਹੱਤਵ ਹੈ ਸਾਰੇ ਭਲੀ ਭਾਂਤੀ ਜਾਣਦੇ ਆ, ਔਰ ਸਿੱਖ ਸਮਾਜ ਦੇ ਅੰਦਰ ਗਾਤਰੇ ਦਾ ਵੀ ਮਤਲਬ ਹੈ ਵੀ ਸਾਰੇ ਜਾਣਦੇ ਆ, ਔਰ ਜਨੇਊ ਦਾ, ਕਿਰਪਾਨ ਦਾ, ਇਹ ਸਾਰਿਆਂ ਦਾ ਕੀ ਮਹੱਤਵ ਹੈ? ਤੇ ਸਾਰੇ ਧਰਮ ਦੇ ਨਾਲ ਅੰਦਰ ਆਸਥਾ ਜੁੜੀ ਹੁੰਦੀ ਹੈ। ਸਾਡੇ ਹਿੰਦੁਸਤਾਨ ਦੇ ਅੰਦਰ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਆ, ਔਰ ਹਰ ਧਰਮ ਦੀ ਆਪਣੇ ਮੁਤਾਬਕ ਇੱਕ ਆਸਥਾ ਬਣੀ ਹੁੰਦੀ ਆ। ਹੋ ਸਕਦਾ ਹੈ ਕਿ ਕਿਸੇ ਨੂੰ ਮੇਰੀ ਚੀਜ਼ ਨਾ ਅੱਛੀ ਲੱਗਦੀ ਹੋਏ, ਮੈਨੂੰ ਕਿਸੇ ਦੀ ਚੀਜ਼ ਨਾ ਚੰਗੀ ਲੱਗਦੀ, ਪਰ ਸਾਡੇ ਉੱਤੇ ਕਿਹੋ ਜਿਹਾ ਕਿ ਜੀ ਹਰ ਧਰਮ ਦਾ ਸਨਮਾਨ ਕਰਨੇ ਆ, ਅਸੀਂ ਹਰ ਧਰਮ ਦੇ ਲੋਕਾਂ ਦੇ ਨਾਲ ਮਿਲਨੇ ਆ, ਔਰ ਜੇ ਉਹਨਾਂ ਦੇ ਘਰਾਂ 'ਚ ਜਾਂਦੇ ਆ ਉਹ ਸਾਡੇ ਘਰ ਆਉਂਦੇ ਆ, ਤੇ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਮਾਹੌਲ ਨਹੀਂ ਲੱਗਦਾ ਕਿ ਇਹ ਕਿਸੇ ਦੂਸਰੇ ਧਰਮ ਦਾ। ਇੱਥੇ ਸਿਰਫ ਗੱਲ ਕਰਨ ਵਾਲੀ ਇਹ ਵਾ ਕਿ ਜਿਹੜੇ ਲੋਕ ਵੀ ਸਮਰਥਨ ਕਰ ਰਹੇ ਆ, ਉਹਨਾਂ ਦਾ ਸਮਰਥਨ ਕਰ ਰਹੇ ਆ, ਉਹਨਾਂ ਦਾ ਆਪਣਾ ਨਿੱਜੀ ਰਾਏ ਹੋ ਸਕਦੀ ਆ। ਸਾਡਾ ਕਹਿਣ ਦਾ ਮਕਸਦ ਸਿਰਫ ਇੱਕ ਹੈ ਸ਼ਿਕਾਇਤ ਕਰਨ ਦਾ, ਕਿ ਸ਼ਿਕਾਇਤ ਕਿਸੇ ਧਰਮ ਜਾਂ ਜਾਤ ਨੂੰ ਵੇਖ ਕੇ ਨਹੀਂ ਕੀਤੀ ਗਈ। ਸ਼ਿਕਾਇਤ ਕਰਨ ਦਾ ਮਕਸਦ ਸਿਰਫ ਇੱਕ ਵਾ ਕਿ ਜਿਹੜੇ ਬੋਲ ਹੈ ਕਿਆ ਬੋਲਣੇ ਜ਼ਰੂਰੀ ਸੀ? ਕਿਆ ਕਿਸੇ ਦੀ ਆਸਥਾ ਨੂੰ ਲੈ ਕੇ ਬਾਰ-ਬਾਰ ਉਹਨਾਂ ਨੂੰ ਇਸ ਗੱਲ 'ਤੇ ਲਿਆਉਣਾ, ਇਸ ਗੱਲ ਦੀ ਉਦਾਹਰਨ ਦੇਣੀ ਜ਼ਰੂਰੀ ਹੁੰਦੀ ਹੈ? ਕਿਸੇ ਹੋਰ ਤਰੀਕੇ ਨਾਲ ਵੀ ਇਸ ਮੈਸੇਜ ਨੂੰ ਸਮਝਾਇਆ ਜਾ ਸਕਦਾ ਸੀ ਰਣਜੀਤ ਬਾਵੇ ਵੱਲੋਂ, ਪਰ ਉਹਨਾਂ ਨੇ ਗਲਤੀ ਕੀਤੀ ਆ, ਔਰ ਉਹਨਾਂ ਨੂੰ ਗਲਤੀ ਦਾ ਖੁਦ ਅਹਿਸਾਸ ਵੀ ਆ, ਔਰ ਗਲਤੀ ਦਾ ਅਹਿਸਾਸ ਹੈ ਤੇ ਉਹਨਾਂ ਨੇ ਗਲਤੀ ਪਹਿਲਾਂ ਲੈ ਕੇ ਬਾਈ ਠੀਕ ਆ ਡਿਲੀਟ ਕਰਤੀ ਆ। ਮੈਨੂੰ ਪਤਾ ਲੱਗਾ ਸੀਗਾ ਕਿਤੇ ਰੋਪੜ ਪਰਚਾ ਵੀ ਹੋਇਆ ਵਾ, ਪਰ ਅਸੀਂ ਆਪਣੇ SSP ਸਾਹਿਬ ਨੇ ਤੇ ਬੇਨਤੀ ਕੀਤੀ ਹੈ ਕਿ ਉੱਥੇ ਜੋ ਬੰਦੀ ਕਾਰਵਾਈ ਕੀਤੀ ਜਾਏ। ਦੇਖੋ ਗੱਲ ਸਿੱਧੀ ਸਾਹਿਬ, ਮੈਂ ਬੇਨਤੀ ਕਰਨਾ ਸਾਰੇ ਸਾਥੀਆਂ ਨੂੰ, ਸਾਰੇ ਲੋਕਾਂ ਨੂੰ ਜਿਹੜੇ ਸਮਰਥਨ ਵੀ ਕਰ ਰਹੇ ਆ, ਵਿਰੋਧ ਵੀ ਕਰ ਰਿਹਾ ਕਿ ਫੇਸਬੁੱਕ ਦੇ ਉੱਪਰ ਆਪਸ 'ਚ ਕਮੈਂਟਾਂ 'ਚ ਜਾਂ ਕਿਤੇ ਉਲਝਣ ਦੀ ਲੋੜ ਨਹੀਂ। ਸਾਡੇ ਦੇਸ਼ ਦੇ ਅੰਦਰ ਕਾਨੂੰਨ ਹੈ, ਕਾਨੂੰਨ ਦੇ ਅੰਦਰ ਅਸੀਂ ਸ਼ਿਕਾਇਤ ਕੀਤੀ ਹੈ, ਔਰ ਸਾਨੂੰ ਆਪਣੇ ਕਾਨੂੰਨ 'ਤੇ ਪੂਰਾ ਵਿਸ਼ਵਾਸ ਹੈ। ਜੋ ਬੰਦੀ ਕਾਰਵਾਈ ਆ ਪ੍ਰਸ਼ਾਸਨ ਕਰੇਗਾ। ਅਸੀਂ ਭਰਾਵਾਂ ਵਾਂਗ ਰਹਿੰਦੇ ਹਾਂ, ਔਰ ਭਰਾਵਾਂ ਵਾਂਗ ਰਹਿੰਦੇ ਆਣਾ ਵਾ। ਇਹ ਕਿਸੇ ਸਮਾਜ ਦੀ ਲੜਾਈ ਨਹੀਂ ਹੈ, ਇਹ ਉਹਨਾਂ ਲੋਕਾਂ ਦੇ ਖਿਲਾਫ ਲੜਾਈ ਹੈ, ਇਹ ਉਸ ਸੋਚ ਦੇ ਖਿਲਾਫ ਲੜਾਈ ਹੈ ਜੋ ਸੋਚ ਸਮਾਜ ਦੇ ਅੰਦਰ ਨਫ਼ਰਤ ਪੈਦਾ ਕਰਦੀ। ਬਿਨੇ ਜੀ, ਇੱਕ ਸਾਈਡ ਤੇ ਅਸੀਂ ਗਊ ਨੂੰ ਮਾਤਾ ਦਾ ਰੂਪ ਦਿੰਦੇ ਹਾਂ ਕਿ ਗਊ ਹਿੰਦੂਆਂ ਦੀ ਮਾਤਾ ਵਾ, ਠੀਕ ਹੈ। ਦੂਜੇ ਪਾਸੇ ਉਹਨਾਂ ਦੀ ਜਿਹੜੀ ਸੇਵਾ ਸੰਭਾਲ ਆ, ਉਹ ਗਊ ਮਾਤਾ ਦੀ ਆਮ ਅਸੀਂ ਸੜਕਾਂ ਤੇ ਦੇਖਦੇ ਹਾਂ, ਕੋਈ ਉਹਨਾਂ ਦੀ ਸੇਵਾ ਸੰਭਾਲ ਵੀ ਨਹੀਂ ਕੀਤੀ ਜਾਂਦੀ। ਉਸ ਪਿੱਛੇ ਫਿਰ ਕੀ ਕਹਿਣਾ ਵਾ ਤੁਹਾਡੇ? ਦੇਖੋ, ਵੱਖ-ਵੱਖ ਸਮੇਂ 'ਤੇ ਤੁਸੀਂ ਦੇਖਿਆ ਹੋਗਾ ਗਊਸ਼ਾਲਾ ਖੋਲ੍ਹੀਆਂ ਗਈਆਂ ਦੀਆਂ, ਔਰ ਜਿੱਥੇ ਕੋਈ ਇਹੋ ਜਿਹੀ ਗੱਲ ਆਉਂਦੀ ਹੈ ਤਾਂ ਲੋਕ ਇਕਜੁੱਟਤਾ ਨਾਲ ਉੱਥੇ ਜਾ ਕੇ ਚੀਜ਼ ਨੂੰ ਕੋਸ਼ਿਸ਼ ਵੀ ਕਰਦੇ ਆ ਕਿ ਇਹ ਚੀਜ਼ਾਂ ਠੀਕ ਕੀਤੀਆਂ ਜਾਣ। ਸਮਾਜ ਦੇ ਅੰਦਰ ਕਰੂਤੀਆਂ ਬਹੁਤ ਆ, ਇਸ ਗੱਲ ਦੀ ਕੋਈ ਸ਼ੱਕ ਨਹੀਂ ਗਾ। ਮੈਂ ਮੰਨਦਾ ਵਾਂ ਕਿ ਇਸ ਗੱਲ ਦੇ ਹਰ ਧਰਮ ਦੇ ਅੰਦਰ ਕਰੂਤੀਆਂ ਹੁੰਦੀਆਂ ਵਾ, ਬਹੁਤ ਜ਼ਿਆਦਾ ਇਹੋ ਜਿਹੀਆਂ ਚੀਜ਼ਾਂ ਬੁਰਾਈਆਂ ਵੀ ਹੋਣਗੀਆਂ ਜਿਹੜੀਆਂ ਗਊ ਮਾਤਾ ਨੂੰ ਠੀਕ ਆ, ਪਰ ਇਹ ਵੀ ਦੇਖੋ ਨਾ ਕਿ ਗਊ ਮਾਤਾ ਨੂੰ ਪੂਜਣਾ ਇਹ ਪੁਰਾਣੇ ਸਮੇਂ ਤੋਂ ਸਾਡਾ ਆਧਾਰ ਹੀ, ਸਾਨੂੰ ਸਭ ਕੁਛ ਹੀ ਗਊ। ਪੁਰਾਣੇ ਜਦੋਂ ਟਰੈਕਟਰ ਟਰਾਲੀਆਂ ਨਹੀਂ ਸੀ ਹੁੰਦੀਆਂ ਤੇ ਬੈਲਾਂ ਦੇ ਨਾਲ ਹੀ ਖੇਤੀਬਾੜੀ ਹੁੰਦੀ ਸੀ, ਉਦੋਂ ਗਊਆਂ ਦੀ ਹੀ ਦੁੱਧਾਂ ਤੋਂ ਸਾਰੇ ਪਰਿਵਾਰ ਪਲਦੇ ਰਹੇ ਆ, ਔਰ ਉਹਨਾਂ ਦੇ ਜੋ ਗਊ ਮੂਤਰ ਨੂੰ ਹੀ ਪੂਜਦੇ ਆ, ਉਹਨਾਂ ਦੇ ਨਾਲ ਕਈਆਂ ਹੁਣ ਤੇ ਸਾਡੇ ਦੇਸ਼ ਤੋਂ ਬਾਹਰ ਵਿਦੇਸ਼ਾਂ ਦੇ ਅੰਦਰ ਸਾਇੰਟਿਸਟਾਂ ਨੇ ਉਹਨਾਂ ਨੂੰ ਪੇਟੈਂਟ ਕਰਕੇ ਗਊ ਮੂਤਰ ਦਾ ਜਿਹੜਾ ਵਾ ਉਹਨਾਂ ਸ਼ੁਰੂ ਕੀਤਾ ਦਾ, ਉਹਨਾਂ ਦਾ ਇਲਾਜ ਸ਼ੁਰੂ ਕੀਤਾ ਦਾ, ਔਰ ਗਊ ਦੇ ਗੋਬਰ ਨਾਲ ਪਾਥੀਆਂ ਪਾਉਂਦੇ ਰਹੇ ਆ, ਘਰਾਂ ਦੇ ਕੱਚਿਆਂ ਨੂੰ ਲੇਪ ਕਰਦੇ ਰਹੇ ਆ। ਗਊ ਨੂੰ ਮਾਂ ਦਾ ਰੂਪ ਤਾਂ ਉਹ ਦਿੱਤਾ ਗਿਆ ਵਾ ਕਿ ਉਹਦੇ ਹਰ ਚੀਜ਼ ਦਾ ਇਸਤੇਮਾਲ ਹੁੰਦਾ, ਔਰ ਗਊ ਮਾਤਾ ਦੇ ਵੀ ਗੱਲ ਇਸ ਗਾਣੇ 'ਚ ਕੀਤੀ ਗਈ ਬਾਰ-ਬਾਰ। ਜਿਹੜੀ ਤੁਹਾਡੀ ਗੱਲ ਹੁੰਦੀ ਹੈ ਕਿ ਉਹਦੇ ਲਈ ਦੇਖੋ ਸਮਾਜ ਦੇ ਅੰਦਰ ਕਰੂਤੀਆਂ ਬਹੁਤ ਆ। ਅਗਰ ਇਹ ਚੀਜ਼ਾਂ ਬਾਹਰ ਸੜਕ 'ਤੇ ਜਾਂਦੀਆਂ ਤਾਂ ਉਹਦੇ ਨਾਲ ਕਈ ਸੰਸਥਾ ਗਊ ਸੇਵਾ ਪ੍ਰਮੁੱਖ ਨੇ, ਗਊ ਸੇਵਾ ਰੱਖਿਆ ਪ੍ਰਮੁੱਖ ਬਣਦੇ ਆ, ਜਾਂ ਹੋਰ ਵੀ ਕਈ ਅਲੱਗ-ਅਲੱਗ। ਇੱਕ ਆਪਣੇ ਪਾਸ ਹੀ ਮੇਰੇ ਇੱਥੇ ਮਹਿਤੇ ਦੇ ਲਾਗੇ ਦੇ ਬਾਬੇ ਆ, ਉਹਨਾਂ ਦਾ ਨਾਮ ਹੈ ਗਾਈਆਂ ਵਾਲੇ ਬਾਬੇ ਜਿਹੜੇ ਉਹਨਾਂ ਨੂੰ ਕਹਿੰਦੇ ਆ, ਉਹਨਾਂ ਨੇ ਵੀ ਬੜਾ ਇੱਕ ਵਧੀਆ ਉਪਰਾਲਾ ਕੀਤਾ। ਇਸ ਤਰ੍ਹਾਂ ਬਹੁਤ ਲੋਕ ਨੇ ਜਿਹੜੀ ਉਹਨਾਂ ਦੀ ਸੇਵਾ ਵਿੱਚ ਵੀ ਲੱਗੇ ਰਹਿੰਦੇ ਆ, ਔਰ ਅਸੀਂ ਵੀ ਕੋਸ਼ਿਸ਼ ਕਰਦੇ ਹਾਂ। ਕਦੀ ਵੀ ਸਾਨੂੰ ਮੈਸੇਜ ਮਿਲਦਾ ਕਿ ਉੱਥੇ ਗਊ ਮਾਤਾ ਨੂੰ ਕਿਸੇ ਨੇ ਅਗਰ ਕੋਈ ਸਾਈਡ ਮਾਰੀ ਆ ਅਤੇ ਉਹਨਾਂ ਦੇ ਕੋਈ ਇਲਾਜ ਕਰਾਉਣਾ, ਤਾਂ ਅਸੀਂ ਉਹਨਾਂ ਦਾ ਪੂਰਾ ਪ੍ਰਬੰਧ ਕਰਾਉਂਦੇ ਹਾਂ। ਠੀਕ ਹੈ, ਉਹ ਲੋਕ ਵੀ ਸਮਾਜ 'ਚ ਹੈਗੇ ਨੇ ਜਿਹੜੇ ਇਹ ਚੀਜ਼ਾਂ ਨੂੰ ਮਤਲਬ ਨਹੀਂ ਸਮਝ ਪਾਉਂਦੇ,
ਪਰ ਅਸੀਂ ਇੱਕਜੁੱਟਤਾ ਨਾਲ ਇੱਕ ਮਿਲ ਜੁਲ ਕੇ ਸਾਰੇ ਕਰੂਟੀਆਂ ਨੂੰ ਦੂਰ ਕਰਨ ਵਾਲੇ ਬੰਦੇ ਚੱਲੀਏ, ਨਾ ਕਿ ਇਹਨਾਂ ਚੀਜ਼ਾਂ ਨੂੰ ਮਜ਼ਾਕ ਬਣਾ ਕੇ ਗਾਣਿਆਂ 'ਚ ਪੇਸ਼ ਕਰੀਏ। ਵੀਰੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਰਣਜੀਤ ਬਾਵੇ ਨੇ ਆਪਣੇ ਗਾਣੇ ਦੇ ਵਿੱਚ ਹਰ ਧਰਮ ਬਾਰੇ ਕੋਈ ਗਲਤ ਬੋਲਿਆ ਤਾਂ ਕਹਿੰਦੇ ਦਾ, ਪਰ ਜੇ ਉਸਨੇ ਉਸ ਵਿਚਾਰਾਂ ਵਾਸਤੇ ਗਲਤ ਬੋਲਿਆ ਵਾ ਹਰ ਧਰਮ ਵਾਸਤੇ, ਪਰ ਉਹ ਫਿਰ ਹਿੰਦੂ ਸੰਗਠਨ ਵੱਲੋਂ ਹੀ ਕਿਉਂ ਉਹਦੇ 'ਤੇ ਕੰਪਲੇਨਾਂ ਕੀਤੀਆਂ ਗਈਆਂ? ਐਸੀ ਕੋਈ ਗੱਲ ਨਹੀਂ ਆ ਕਿ ਹਿੰਦੂ ਸੰਗਠਨ ਵੱਲੋਂ ਹੀ ਕਿਉਂ ਕੀਤੀਆਂ ਗਈਆਂ। ਹਿੰਦੂ ਸੰਗਠਨ ਤੋਂ ਇਲਾਵਾ ਵੀ ਮੇਰੇ ਕੋਲ ਅਜੇ ਬੈਠੇ ਬੈਠੇ ਕਾਫੀ ਐਸੀਆਂ ਪੋਸਟ ਔਰ ਵੀਡੀਓ ਆਈਆਂ ਹਨ ਜਿਸ 'ਚ ਸਿੱਖ ਸਮਾਜ ਨੇ ਵੀ ਇਹਦਾ ਬਹੁਤ ਵਿਰੋਧ ਕੀਤਾ, ਜਿਸ 'ਚ ਸਿੱਖ ਸਮਾਜ ਨੇ ਵੀ ਬਹੁਤ ਭਰਵਾਂ ਵਿਰੋਧ ਕੀਤਾ ਹੈ। ਉਹਦੇ ਅੰਦਰ ਮੇਰੇ ਅੰਦਰ ਕਾਫੀ ਵੀਡੀਓਜ਼ ਐਸੀਆਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਬਾਵੇ ਨੂੰ ਕਾਫੀ ਜ਼ਿਆਦਾ ਦਿਖਾਇਆ ਗਿਆ ਕਿ ਜਿਹਦੇ ਵਿੱਚ ਉਹਨਾਂ ਨੇ ਵਿਰੋਧ ਦਿਖਾਇਆ। ਠੀਕ ਆ, ਪਰ ਕਈ ਅਲੱਗ-ਅਲੱਗ ਜਗ੍ਹਾ 'ਤੇ ਕਈ ਆਪਣੇ ਕੰਪਲੇਂਟ ਕਰਨ ਵਾਲੇ ਜ਼ਰੂਰ ਇਹ ਹੋ ਸਕਦਾ ਕਿ ਕਿਸੇ ਇੱਕ ਪਾਰਟੀ ਜਾਂ ਇੱਕ ਸੰਗਠਨ ਵੱਲੋਂ ਕੰਪਲੇਂਟਾਂ ਗਈਆਂ ਹੋਣ, ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ। ਸਿੱਖਾਂ ਦੇ ਅੰਦਰ ਵੀ ਇਸ ਦਾ ਰੋਸ਼ ਆ, ਔਰ ਕਈ ਐਸੇ ਮੇਰੇ ਸਾਥੀ ਆ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਸੀ, ਉਹਨਾਂ ਨੇ ਕਿਹਾ ਕਿ ਬਿਲਕੁਲ ਗਲਤ ਬੋਲਿਆ ਉਹਨੇ, ਇਸ ਚੀਜ਼ ਨੂੰ ਉਦਾਹਰਣ ਬਣਾ ਕੇ ਪੇਸ਼ ਕਰਨਾ ਕੋਈ ਚੰਗੀ ਗੱਲ ਨਹੀਂ। ਅਸੀਂ ਇਕੱਲੇ ਇਸ ਰਣਜੀਤ ਬਾਵੇ ਦੇ ਖਿਲਾਫ ਨਹੀਂ ਇਸ ਗੱਲ ਦੇ, ਕੋਈ ਵੀ ਐਸਾ ਸਿੰਗਰ, ਕੋਈ ਐਕਟਰ, ਕੋਈ ਪ੍ਰੋਡਿਊਸਰ, ਕੋਈ ਡਾਇਰੈਕਟਰ ਜੋ ਵੀ ਧਰਮ ਨੂੰ ਆੜ 'ਚ ਲੈ ਕੇ ਆਪਣੀ ਸ਼ੋਹਰਤ ਖੱਟਣਾ ਚਾਹੁੰਦਾ, ਇਸ ਹਰ ਬੰਦੇ ਦੇ ਖਿਲਾਫ ਆ, ਔਰ ਕੋਸ਼ਿਸ਼ ਕਰਾਂਗੇ ਤਾਂ ਅੱਗੋਂ ਵੀ ਉਹਨਾਂ ਲੋਕਾਂ ਦੇ ਖਿਲਾਫ ਜਿਹੜੀ ਆ ਉਹਨਾਂ ਨੂੰ ਨੱਥ ਪਾਉਣ ਵਾਸਤੇ ਜੋ ਸ਼ਿਕਾਇਤਾਂ ਕੀਤੀਆਂ ਜਾ ਸਕਦੀਆਂ ਸ਼ਿਕਾਇਤਾਂ ਕਰਾਂਗੇ। ਵਿਨੇ ਜੀ, ਐਸੀ ਕਿਹੜੀ ਗੱਲ ਉਸ ਗਾਣੇ ਦੇ ਵਿੱਚ ਜਿਹੜੀਆਂ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚੀ? ਇਹ ਅਜਿਹੇ ਕਿਹੜੇ ਬੋਲ ਬੋਲੇ ਗਏ ਨੇ ਰਣਜੀਤ ਬਾਵੇ ਜੋ ਲਾਸਟ? ਦੇਖੋ, ਮੈਂ ਬਾਰ-ਬਾਰ ਆਪਣੇ ਮੂੰਹੋਂ ਬਾਰ-ਬਾਰ ਨਹੀਂ ਕਹਿ ਸਕਦਾ। ਗਾਣਾ ਆਇਆ ਸੀਗਾ, ਮੈਂ ਤੁਹਾਨੂੰ ਅੱਗੇ ਵੀ ਕਿਹਾ ਵਾ ਕਿ ਉਹਨਾਂ ਨੇ ਸ਼ਿਵਲਿੰਗ ਦੇ ਦੁੱਧ ਨੂੰ ਚੜ੍ਹਾਉਣ ਨੂੰ ਲੈ ਕੇ ਗੱਲ ਕੀਤੀ, ਜੋ ਮਤਲਬ ਹਿੰਦੂ ਸਮਾਜ ਦੇ ਅੰਦਰ ਤੁਸੀਂ ਸ਼ਿਵਾਲੇ ਦੀ ਜਿਹੜੀ ਉਹ ਮਹੱਤਤਾ ਸਮਝ ਸਕਦੇ ਹੋ ਕੀ ਆ। ਦੂਸਰੀ ਉਹਨਾਂ ਨੇ ਜਨੇਊ ਦੀ ਗੱਲ ਕੀਤੀ, ਜਨੇਊ ਹਿੰਦੂ ਸਮਾਜ ਦੇ ਅੰਦਰ ਇਹ ਵੀ ਸਮਝ ਸਕਦੇ ਹੋ ਉਹਦੀ ਕੀ ਮਹੱਤਤਾ। ਤੀਸਰੀ ਉਹਨਾਂ ਨੇ ਗਊ ਮੂਤਰ ਦੀ ਗੱਲ ਕੀਤੀ, ਤੇ ਗਊ ਮਾਤਾ ਨੂੰ ਗਊ ਮੂਤਰ ਦੀ ਕੀ ਮਹੱਤਤਾ ਹੈ ਵੀ ਹਿੰਦੂ ਸਮਾਜ ਦੇ ਅੰਦਰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਔਰ ਇਸ ਤੋਂ ਬਾਅਦ ਮੈਂ ਤਾਂ ਗੱਲ ਕਰਨਾ ਕਿ ਉਹਨਾਂ ਨੇ ਸਿੱਖ ਸਮਾਜ ਭਾਵਨਾ ਨੂੰ ਜਿਹੜੀ ਠੇਸ ਪਹੁੰਚਾਈ, ਜਿਹੜੇ 5 ਪਵਿੱਤਰ ਕਕਾਰਾਂ ਤੋਂ ਇੱਕ ਗਾਤਰੇ ਦੀ ਗੱਲ ਕੀਤੀ, ਉਹ ਵੀ ਤੁਸੀਂ ਸਮਝ ਸਕਦੇ ਹੋ। ਠੀਕ ਹੈ, ਉਹਨਾਂ ਨੂੰ ਮੈਨੂੰ ਨਹੀਂ ਪਤਾ ਲੱਗਾ ਕਿ ਬੋਲਣ ਵੇਲੇ ਇੰਨੀ ਗੱਲ ਕਿਉਂ ਨਹੀਂ ਸਮਝ ਲੱਗੀ, ਪਰ ਇਹਨਾਂ ਗੱਲਾਂ 'ਤੇ ਕਰਕੇ ਹਿੰਦੂ ਸਮਾਜ ਦੇ ਅੰਦਰ ਕਾਫੀ ਰੋਸ਼ ਆ, ਔਰ ਬਾਰ-ਬਾਰ ਕਿਸੇ ਦੀ ਧਰਮ ਨੂੰ, ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣੀ ਉਹ ਚੰਗੀ ਗੱਲ ਨਹੀਂ ਹੈ। ਗਾਣਾ ਉਹ ਬੋਲੋ ਜਿਹਦੇ ਨਾਲ ਦੇਸ਼ ਦੇ ਅੰਦਰ, ਸਮਾਜ ਦੇ ਅੰਦਰ ਸੇਧ ਪੈਦਾ ਹੋਵੇ, ਪਿਆਰ ਵਾਲਾ ਮਾਹੌਲ ਪੈਦਾ ਹੋਵੇ। ਕੋਈ ਉਹੋ ਜਿਹੇ ਬੋਲ ਨਾ ਬੋਲੋ ਜਿਨ੍ਹਾਂ ਨਫ਼ਰਤ ਪੈਦਾ ਹੁੰਦੀ ਆ। ਮੇਰੀ ਬਾਕੀ ਸਿੰਗਰਾਂ ਅੱਗੇ ਵੀ ਇਹੋ ਹੀ ਅਪੀਲ ਆ ਕਿ ਅਗਰ ਤੁਸੀਂ ਕੋਈ ਗਲਤ ਗਾਣਾ ਬੋਲੋਗੇ ਕਿ ਅੱਜ ਲੋਕਾਂ ਜਾਗਰੂਕ ਹੋ ਰਹੇ ਨੇ ਔਰ ਉਸ ਹਰ ਗੱਲ ਦਾ ਵਿਰੋਧ ਕਰਨਗੇ। ਜੇ ਤੁਸੀਂ ਸਮਾਜ ਦੇ ਚੰਗੇ ਗਾਣੇ ਬੋਲੋਗੇ ਤਾਂ ਤੁਹਾਨੂੰ ਸ਼ੋਹਰਤ ਮਿਲੇਗੀ, ਜੇ ਮਾੜੇ ਗਾਣੇ ਬੋਲੋਗੇ ਤਾਂ ਲੋਕਾਂ ਕੋਲ ਨਫ਼ਰਤ ਹੀ ਮਿਲੇਗੀ, ਲੋਕਾਂ ਦਾ ਪਿਆਰ ਨਹੀਂ ਮਿਲ ਸਕਦਾ। ਬਿਲੇ ਜੀ, ਇੱਕ ਲਾਸਟ ਆ ਕਿ ਜਦੋਂ ਆਪਾਂ ਇਸ ਗਾਣੇ ਨੂੰ ਅੱਜ ਲੈ ਕੇ ਭੜਕੇ ਆ, ਇਸ ਤੋਂ ਪਹਿਲਾਂ ਵੀ ਇੱਕ ਫਿਲਮ ਆਈ ਸੀ ਓ ਮਾਈ ਗੋਡ, ਉਸ ਵਿੱਚ ਤੇ ਬਹੁਤ ਜ਼ਿਆਦਾ ਉਹਨਾਂ ਨੇ ਬਾਰ-ਬਾਰ ਕੋਰਟ ਦੇ ਵਿੱਚ ਭਗਵਾਨ ਦੇ ਵੀ ਕੇਸ ਕੀਤਾ ਜਾਂਦਾ, ਉਸਨੂੰ ਸ਼ਿਵਿੰਗ ਨੂੰ ਲੈ ਕੇ ਬਹੁਤ ਕੁਝ ਕੀਤਾ, ਇੱਕ ਦੁੱਧ ਤੋਂ ਵੀ ਵੇਸਟ ਕੀਤੇ। ਉਸ ਵੇਲੇ ਕਿਉਂ ਨਹੀਂ ਹਿੰਦੂ ਸੰਗਠਨ? ਉਸ ਵੇਲੇ ਵੀ ਤੁਹਾਨੂੰ ਧਿਆਨ ਹੋਏਗਾ ਪੂਰੇ ਦੇਸ਼ ਦੇ ਅੰਦਰ ਉਸ ਫਿਲਮ ਦਾ ਵਿਰੋਧ ਹੋਇਆ ਸੀਗਾ, ਔਰ ਦੇਸ਼ ਦੇ ਅੰਦਰ ਕਾਫੀ ਪ੍ਰੋਡਿਊਸਰਾਂ, ਉਹਨਾਂ ਦੇ ਡਾਇਰੈਕਟਰਾਂ ਉੱਪਰ ਪਰਚੇ ਵੀ ਹੋਏ ਸੀਗੇ। ਉਸ ਵੇਲੇ ਵੀ ਹਿੰਦੂ ਸਮਾਜ ਦੇ ਲੋਕਾਂ ਨੇ ਉਹਦਾ ਵਿਰੋਧ ਕੀਤਾ ਸੀਗਾ, ਪਰ ਉਹ ਫਿਲਮ ਅੱਜ ਵੀ ਚੱਲਦੀ ਪਈ ਹੈ। ਦੇਖੋ, ਫਿਰ ਉਹ ਗਾਣਾ ਕੰਪਲੇਂਟ ਤੋਂ ਬਾਅਦ ਅੱਜ ਵੀ ਚੱਲਦਾ ਪਿਆ। ਗੱਲ ਤੇ ਇਸੇ ਚੀਜ਼ ਦੀ ਅਸੀਂ ਗੱਲ ਕਰ ਰਹੇ ਹਾਂ, ਹੋਰ ਗੱਲ ਤੇ ਇਹੋ ਹੀ ਕਰ ਰਹੇ ਹਾਂ ਕਿ ਅਸੀਂ ਕੁਛ ਇਹੋ ਜਿਹਾ ਕਾਨੂੰਨ ਸਰਕਾਰ ਬਣਾਏ ਕਿ ਜਿਹੜੀਆਂ ਗੱਲਾਂ ਸਮਾਜ ਦੇ ਅੰਦਰ ਨਫ਼ਰਤ ਪੈਦਾ ਕਰਦੀਆਂ ਜਾਂ ਝਗੜਾ ਪੈਦਾ ਕਰਦੀਆਂ, ਉਹਨਾਂ ਨੂੰ ਸਮਾਜ ਦੇ ਅੰਦਰ ਨਾ ਪੇਸ਼ ਕੀਤਾ ਜਾਏ। ਇਸੇ ਗੱਲ ਦੀ ਤਾਂ ਗੱਲ ਹੈ ਕਿ ਜਦੋਂ ਇਹ ਲੋਕ ਕੰਪਲੇਂਟ ਕਰਨ ਤੋਂ ਬਾਅਦ ਮਾफ़ੀ ਮੰਗ ਲੈਂਦੇ ਆ ਤੇ ਮਾफ़ੀ ਦੇ ਨਾਲੋਂ ਗੱਲ ਮੁੱਕ ਜਾਂਦੀ ਹੈ। ਮੈਂ ਇੱਥੇ ਇੱਕ ਗੱਲ ਹੋਰ ਕਰਨੀ ਆ, ਮਾफ़ੀ ਦੀ ਗੱਲ ਬਾਰ-ਬਾਰ ਆਉਂਦੀ ਕਿ ਮਾफ़ ਦੇਖੋ, ਕਾਨੂੰਨ ਦਾ ਕੰਮ, ਪ੍ਰਸ਼ਾਸਨ, ਕੋਰਟ ਦਾ ਕੰਮ ਉਦੋਂ ਦੇਣਾ। ਜਲੰਧਰ ਦਾ ਕਿੱਸਾ ਵਾ, ਥੋੜ੍ਹੇ ਦਿਨ ਪਹਿਲਾਂ ਹੋਇਆ ਵਾ, ਇੱਕ ਬੱਚੇ ਨੇ ਆਪਣੇ ਕਾਰ ਦੇ ਬੋਨਟ ਤੇ ਪੁਲਿਸ ਵਾਲੇ ਨੂੰ ਚੁੱਕ ਲਿਆ ਸੀਗਾ। ਬਹੁਤ ਵੱਡੀ ਗਲਤੀ ਕੀਤੀ ਹੈ, ਕੋਈ ਸ਼ੱਕ ਨਹੀਂਗਾ, ਕਿਉਂਕਿ ਉਹ 'ਚ ਉਹਨੂੰ ਸੱਟ ਵੀ ਲੱਗ ਸਕਦੀ ਸੀ ਪੁਲਿਸ ਵਾਲਿਆਂ ਨੂੰ। ਔਰ ਪੁਲਿਸ ਵਾਲੇ ਇਸ ਵੇਲੇ ਸਮਾਜ ਦੇ ਅੰਦਰ ਜੋ ਇਸ ਮਹਾਂਮਾਰੀ, ਕਰੋਨਾ ਦੇ ਮਹਾਂਮਾਰੀ ਦੀ ਜੰਗ ਵਿੱਚ ਜਿਹੜਾ ਪੂਰਾ ਮਿਹਨਤ ਕਰ ਰਹੇ ਨੇ, ਸੜਕਾਂ 'ਤੇ ਬੈਠ ਕੇ ਲੋਕਾਂ ਦੀ ਜਾਨ ਦੀ ਰੱਖਿਆ ਕਰ ਰਹੇ ਨੇ,
ਪਰ ਮੈਂ ਇੱਕ ਗੱਲ ਦੇਖੋ, ਬੱਚਾ ਛੋਟਾ ਸੀਗਾ, ਪੂਰੀ ਵੀਡੀਓ ਦੇ ਅੰਦਰ ਕਿਤੇ ਨਹੀਂ ਲੱਗਦਾ ਕਿ ਉਹ ਬੱਚਾ ਕੋਈ ਮਤਲਬ ਬਹੁਤ ਜ਼ਿਆਦਾ ਐਕਟਿਵ ਜਾਂ ਉਤਰਾ ਸੀਗਾ। ਉਹਦੇ ਕੋਲ ਗਲਤੀ ਹੋ ਗਈ, ਠੀਕ ਹੈ, ਤੇ ਉਹ ਘਬਰਾ ਗਿਆ ਔਰ ਉਹਨੇ ਗੱਡੀ, ਉਹਦੇ ਕੋਲ ਬ੍ਰੇਕ ਨਹੀਂ ਲੱਗੀ, ਉਹਦੇ ਕੋਲ ਰੇਸ ਦੱਬੀ ਗਈ ਔਰ ਗੱਡੀ ਬਹੁਤ ਜ਼ਿਆਦਾ ਸਪੀਡ ਨਹੀਂ ਸੀ, ਪਰ ਉਹਨੇ ਫਿਰ ਵੀ ਗੱਡੀ ਚਲਾਈ ਰੱਖੀ। ਗਲਤੀ ਹੋ ਗਈ ਉਹਦੇ ਕੋਲ ਬਹੁਤ ਵੱਡੀ। ਉਸ ਬੱਚੇ ਦੇ 307 ਦਾ ਪਰਚਾ ਕੀਤਾ ਪੁਲਿਸ ਨੇ, ਉਹਦੇ ਫਾਦਰ ਤੇ 307 ਦਾ ਪਰਚਾ ਕੀਤਾ। ਉਹਦਾ ਪੂਰਾ ਘਰ ਪਰਿਵਾਰ ਥੱਲੇ ਲੰਮੇ ਪੈ ਕੇ ਮਾਫੀ ਮੰਗਣ ਨੂੰ ਤਿਆਰ ਹੈ, ਨੱਕ ਰਗੜ ਕੇ ਕਿ ਚਲੋ ਮੈਨੂੰ ਮਾਫ ਕਰ ਦਿਓ। ਮਾਫੀ ਉੱਥੇ ਪਰਚਾ ਕਿ ਮਿੰਟ 'ਚ ਹੋ ਜਾਂਦਾ। ਇਹਨਾਂ ਚੀਜ਼ਾਂ 'ਚ ਵੀ ਕੁਝ ਸਖਤ ਕਾਨੂੰਨ ਹੋਣੇ ਚਾਹੀਦੇ ਆ ਕਿ ਉੱਥੇ ਬੱਚੇ ਦੀ ਉਮਰ ਨਹੀਂ ਦੇਖੀ ਗਈ, ਉਹਦਾ ਕੋਈ ਰਿਕਾਰਡ ਨਹੀਂ ਦੇਖਿਆ ਗਿਆ, ਕ੍ਰਿਮੀਨਲ ਰਿਕਾਰਡ ਨਹੀਂ ਸੀ ਕੋਈ, ਉਹਦਾ ਸਟੂਡੈਂਟ ਸੀਗਾ, ਉਹਦੇ ਬਾਵਜੂਦ ਪਰਚਾ ਹੋਇਆ। ਚਲੋ ਅਸੀਂ ਉਸ ਦੇ ਖਿਲਾਫ ਨਹੀਂ ਹੈ ਕਿ ਉਹਨੇ ਬਗੀ ਕੋਰਟ ਨੇ ਪੁਲਿਸ ਨਾਲ ਜੇ ਉਹ ਕੰਮ ਕੀਤਾ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਸੀ, ਪਰ ਐਡੀ ਵੱਡੀ ਸਜ਼ਾ ਉੱਥੇ ਮਾਫੀ ਦੀ ਕੋਈ ਗੁੰਜਾਇਸ਼ ਨਹੀਂ। ਤੇ ਇਸ ਜਗ੍ਹਾ 'ਤੇ ਆ ਕੇ ਇਹੋ ਜਿਹਾ ਕੋਈ ਕਾਨੂੰਨ ਬਣਨਾ ਚਾਹੀਦਾ ਹੈ। ਅਗਰ ਕੋਈ ਸਿੰਗਰ ਕੋਈ ਨਸ਼ੇ 'ਤੇ, ਕੋਈ ਹਥਿਆਰਾਂ 'ਤੇ ਜਾਂ ਕਿਸੇ ਦੀ ਧਾਰਮਿਕ ਭਾਵਾਂ ਨੂੰ ਠੇਸ ਪਹੁੰਚਾਉਂਦਾ ਜਦੋਂ, ਤਾਂ ਉਹਨਾਂ ਦੇ ਉੱਪਰ ਵੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਜਿਹਦੇ ਨਾਲ ਦੂਸਰਾ ਸਿੰਗਰ, ਕੋਈ ਦੂਸਰਾ ਪ੍ਰੋਡਿਊਸਰ, ਕੋਈ ਦੂਸਰਾ ਡਾਇਰੈਕਟਰ ਹਿੰਮਤ ਨਾ ਕਰ ਸਕੇ ਇਹੋ ਜਿਹੇ ਨਫ਼ਰਤ ਭਰੇ ਜੋ ਗੀਤ ਹੈ ਉਹ ਬੋਲਣ ਵਾਸਤੇ।